ਹਾਲੇਲੂਇਆ। ਖੁਦਾਵੰਦ ਪ੍ਰਭੂ ਯਿਸੂ ਮਸੀਹ ਜ਼ਮੀਨ ਅਸਮਾਨ ਦੇ ਮਾਲਕ ਤੇ ਖਾਲਕ, ਅਸੀਂ ਤੁਹਾਡਾ ਸ਼ੁਕਰਗੁਜ਼ਾਰ ਕਰਦੇ, ਅਸੀਂ ਤੁਹਾਡਾ ਧੰਨਵਾਦ ਕਰਦੇ ਪ੍ਰਭੂ। ਤੂੰ ਬਹੁਤ ਹੀ ਪਿਆਰ ਨਾਲ ਭਰਿਆ ਪਰਮੇਸ਼ਵਰ ਤੇ ਤਰਸ ਨਾਲ ਭਰਿਆ ਪਰਮੇਸ਼ਰ। ਪ੍ਰਭੂ ਜੀ ਤੁਹਾਡਾ ਸ਼ੁਕਰਗੁਜ਼ਾਰ ਕਰਦੇ, ਅਸੀਂ ਤੁਹਾਡਾ ਧੰਨਵਾਦ ਕਰਦੇ। ਅੱਜ ਦੇ ਅੱਛੇ ਤੇ ਪਵਿੱਤਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਯਿਸੂ ਨਾਸਰੀ, ਜੋ ਤੂੰ ਸਾਡੀਆਂ ਜ਼ਿੰਦਗੀਆਂ ਵਿੱਚ ਲੈ ਕੇ ਆਂਦਾ ਪ੍ਰਭੂ। ਇਹ ਸਭ ਤੁਹਾਡੀ ਕਿਰਪਾ ਹੈ ਪ੍ਰਭੂ, ਤੁਹਾਡਾ ਰਹਿਮ ਆ, ਤੁਹਾਡਾ ਫਜ਼ਲ ਆ, ਤੁਹਾਡਾ ਪਿਆਰ ਆ, ਤੁਹਾਡੀ ਮੁਹੱਬਤ ਆ ਮੇਰੇ ਯਿਸੂ ਨਾਸਰੀ। ਤੇਰਾ ਸ਼ੁਕਰਗੁਜ਼ਾਰ ਕਰਦੇ, ਅਸੀਂ ਤੇਰਾ ਧੰਨਵਾਦ ਕਰਦੇ ਪ੍ਰਭੂ ਅਸੀਂ। ਹਾਲੇਲੂਇਆ ਪ੍ਰਭੂ, ਤੂੰ ਬਹੁਤ ਹੀ ਪਿਆਰ ਨਾਲ ਭਰਿਆ ਪਰਮੇਸ਼ਵਰ ਤੇ ਤਰਸ ਨਾਲ ਭਰਿਆ ਪਰਮੇਸ਼ਰਾ। ਅੱਜ ਜੋ ਤੇਰੇ ਵਚਨ ਦੇ ਵਿੱਚ ਅਸੀਂ ਸਿੱਖਣ ਲਈ ਜਾ ਰਹੇ ਹਾਂ ਪ੍ਰਭੂ, ਸਾਰੇ ਭੈਣ ਭਾਈ, ਮੈਂ ਵੀ ਔਰ ਪਿਤਾ ਪਰਮੇਸ਼ਰ ਯਿਸੂ, ਤੂੰ ਤੁਹਾਡੀ ਕਿਰਪਾ, ਤੁਹਾਡਾ ਰਹਿਮ, ਤੁਹਾਡਾ ਫਜ਼ਲ ਚਾਹੁੰਦੇ ਹਾਂ ਪ੍ਰਭੂ ਜੀ। ਆਪਣੇ ਪੁੱਤਰ ਆਤਮਾ ਦੇ ਦੁਆਰਾ ਸਾਡੇ ਨਾਲ ਗੱਲਬਾਤ ਕਰ ਮੇਰੇ ਯਿਸੂ ਨਾਸਰੀ। ਤੇਰਾ ਸ਼ੁਕਰਗੁਜ਼ਾਰ ਕਰਦੇ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਜੀ। ਜਿੰਨੇ ਵੀ ਭੈਣ ਭਾਈ ਇਸ ਵੀਡੀਓ ਨੂੰ ਦੇਖਣ ਸੁਣਨ ਪ੍ਰਭੂ, ਬਹੁਤ ਵੱਡੀ ਆਸ਼ੀਸ਼ ਤੇ ਬਰਕਤ ਪਾਉਣ ਯਿਸੂ ਮਸੀਹ ਨਾਸਰੀ ਦੇ ਨਾਮ ਚ ਮੰਗਦੇ ਆਮੀਨ ਆਮੀਨ ਆਮੀਨ। ਹਾਲੇਲੂਇਆ। ਖੁਦਾਵੰਦ ਪ੍ਰਭੂ ਯਿਸੂ ਮਸੀਹ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ, ਧੰਨਵਾਦ ਕਰਦੇ, ਕਿਉਂਕਿ ਪ੍ਰਭੂ ਬਹੁਤ ਹੀ ਮਹਾਨ ਔਰ ਜਿੰਦਾ ਦਿਆਲੂ ਕਿਰਪਾਲੂ ਪਾਪ ਆ, ਬਹੁਤ ਹੀ ਪਿਆਰ ਨਾਲ ਭਰਿਆ ਪਰਮੇਸ਼ਵਰ ਤੇ ਤਰਸ ਨਾਲ ਭਰਿਆ ਪਰਮੇਸ਼ਰ ਆ ਪ੍ਰਭੂ ਯਿਸੂ ਮਸੀਹ ਨਾਸਰੀ। ਜਿਹੜੇ ਆ ਸਾਡੇ ਵਾਸਤੇ ਉਹਨਾਂ ਨੇ ਆਪਣੀ ਜਾਨ ਸੂਲੀ ਦੇ ਉੱਪਰ ਦੇ ਕੇ ਸਾਡੇ ਪਾਪਾਂ ਦੀ ਖਾਤਰ, ਸਾਡੇ ਗੁਨਾਹਾਂ ਦੀ ਖਾਤਰ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜੇ ਆ ਹਮੇਸ਼ਾ ਤੱਕ, ਅਬ ਤੋਂ ਅਬਦੀ ਤੱਕ ਜਿੰਦਾ ਪਰਮੇਸ਼ਰ। ਹਾਲੇਲੂਇਆ। ਜਦੋਂ ਵੀ ਅਸੀਂ ਉਹਨੂੰ ਪੁਕਾਰਦੇ ਹਾਂ ਤਾਂ ਪਰਮੇਸ਼ਰ ਸਾਡੀ ਆਵਾਜ਼ ਨੂੰ ਜਿਹੜੇ ਆ ਉਹ ਸੁਣਦੇ ਆ। ਹਾਲੇਲੂਇਆ। ਉਹ ਹਮੇਸ਼ਾ ਸਾਡੀ ਜੋ ਵੀ ਅਸੀਂ ਪ੍ਰਭੂ ਦੇ ਕੋਲੋਂ ਮੰਗਦੇ ਹਾਂ ਤਾਂ ਪਰਮੇਸ਼ਰ ਸਾਡੀ ਆਵਾਜ਼ ਨੂੰ ਸੁਣ ਕੇ ਉਹਦਾ ਆਨਸਰ ਦਿੰਦੇ ਆ ਮੇਰੇ ਚੀਚੋ। ਹਾਲੇਲੂਇਆ। ਸੱਚਮੁੱਚ ਪ੍ਰਭੂ ਦਾ ਪ੍ਰਭੂ, ਰਾਜਾਂ ਦਾ ਰਾਜਾ ਯਿਸੂ ਨਾਸਰੀ ਜਿਹੜੇ ਆ ਬਹੁਤ ਮਹਾਨ ਔਰ ਦਿਆਲੂ ਕਿਰਪਾਲੂ ਪਾਪ ਆ। ਜਦੋਂ ਅਸੀਂ ਪਰਮੇਸ਼ਰ ਦੇ ਕੋਲ ਆ ਜਾਂਦੇ, ਆਪਣੀ ਸੱਚੀ ਜ਼ਿੰਦਗੀ ਜਿਹੜੀ ਆ ਪਰਮੇਸ਼ਰ ਨੂੰ ਦੇ ਦਿੰਦੇ ਆ, ਤੇ ਫਿਰ ਪਰਮੇਸ਼ਰ ਯਿਸੂ ਮਸੀਹ ਨਾਸਰੀ ਜਿਹੜੇ ਆ, ਜਦੋਂ ਅਸੀਂ ਉਹਦੀ ਬਿਲਕੁਲ ਉਹਦੇ ਹੁਕਮਾਂ ਨੂੰ ਅਸੀਂ ਮੰਨ ਕੇ ਪਰਮੇਸ਼ਰ ਦੇ ਵਚਨ ਦੇ ਦੁਆਰਾ ਚੱਲਦੇ ਆ, ਤਾਂ ਫਿਰ ਪ੍ਰਭੂ ਯਿਸੂ ਮਸੀਹ ਨਾਸਰੀ ਸਾਨੂੰ ਕਹਿੰਦੇ ਆ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਕਰਾਂ? ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਕਰਾਂ? ਹਾਲੇਲੂਇਆ। ਪਹਿਲਾਂ ਪਰਮੇਸ਼ਰ ਤੁਹਾਡੀ ਜ਼ਿੰਦਗੀ ਆਪਣਾ ਪੂਰਾ ਪਵਿੱਤਰਤਾਈ ਦੇ ਵਿੱਚ, ਪਰਮੇਸ਼ਰ ਤੁਹਾਡੀ ਜ਼ਿੰਦਗੀ ਜਿਹੜੀ ਚਾਹੁੰਦੇ ਕਿ ਪਵਿੱਤਰਤਾਈ ਦੇ ਵਿੱਚ ਆਪਣਾ ਜੀਵਨ ਜਿਹੜਾ ਮੇਰੇ ਨਾਲ ਗੁਜ਼ਾਰੋ, ਤਾਂ ਪਰਮੇਸ਼ਰ ਉਸ ਤੋਂ ਬਾਅਦ ਜਦੋਂ ਤੁਸੀਂ ਉਸ ਹੁਕਮ ਨੂੰ ਤੁਸੀਂ ਮੰਨ ਲੈਂਦੇ ਆ, ਤਾਂ ਮੇਰੇ ਚੀਚੋ ਪਵਿੱਤਰਤਾਈ 'ਚ ਆਪਣਾ ਜੀਵਨ ਗੁਜ਼ਾਰਨਾ ਸ਼ੁਰੂ ਕਰ ਦਿੰਦੇ ਆ ਔਰ ਪਰਮੇਸ਼ਰ ਦੇ ਨਾਲ ਆਪਣਾ ਰਾਬਤਾ ਜਿਹੜਾ ਆ ਬਣਾਈ ਰੱਖਦੇ ਆ। ਜਿਸ ਤਰ੍ਹਾਂ ਇੱਕ ਡਾਹਣੀ ਜਿਹੜੀ ਆ ਉਹ ਦਰਖਤ ਦੇ ਵਿੱਚ ਜਦੋਂ ਬਣੀ ਰਹਿੰਦੀ ਆ ਤਾਂ ਹਮੇਸ਼ਾ ਹਰਿਆ ਭਰਿਆ ਰਹਿੰਦੀ ਆ, ਇਸੇ ਤਰ੍ਹਾਂ ਪ੍ਰਭੂ ਸਾਡੀਆਂ ਜ਼ਿੰਦਗੀਆਂ ਨੂੰ ਦੇਖਦੇ, ਜੇ ਅਸੀਂ ਪਰਮੇਸ਼ਰ ਦੇ ਵਿੱਚ, ਪਰਮੇਸ਼ਰ ਯਿਸੂ ਨਾਸਰੀ ਦੇ ਵਿੱਚ ਜਦੋਂ ਅਸੀਂ ਬਣੇ ਰਹਿੰਦੇ ਆ, ਤਾਂ ਸੱਚਮੁੱਚ ਸਾਡੀਆਂ ਜ਼ਿੰਦਗੀਆਂ ਜਿਹੜੀਆਂ ਉਹ ਪਰਮੇਸ਼ਰ ਦੇ ਨਾਲ ਹਮੇਸ਼ਾ ਜੁੜੀਆਂ ਰਹਿੰਦੀਆਂ ਮੇਰੇ ਚ। ਹਾਲੇਲੂਇਆ। ਤਾਂ ਜਦੋਂ ਅਸੀਂ ਆਪਣੀਆਂ ਜ਼ਿੰਦਗੀਆਂ ਪੂਰੀ ਤੌਰ ਤੇ, ਮੁਕੰਮਲ ਤੌਰ ਤੇ ਜਦੋਂ ਅਸੀਂ ਦੇ ਦਿੰਦੇ ਆ, ਤਾਂ ਸੱਚਮੁੱਚ ਮੇਰੇ ਜੀਜੋ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਸਾਨੂੰ ਕਹਿੰਦੇ ਆ ਕਿ ਹੁਣ ਮੈਂ ਤੁਹਾਡੇ ਲਈ ਕੀ ਕਰਾਂ? ਹਾਲੇਲੂਇਆ। ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਕਰਾਂ? ਹਾਲੇਲੂਇਆ। ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਕਰਾਂ ਮੇਰੇ ਚ? ਜੇ ਸਾਡਾ ਵਿਸ਼ਾ ਵੀ ਅੱਜ ਇਹ ਹੀ ਆ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਦਾ ਪਰਮੇਸ਼ਰ, ਪ੍ਰਭੂ ਦਾ ਪ੍ਰਭੂ, ਰਾਜਾਂ ਦਾ ਰਾਜਾ ਯਿਸੂ ਨਾਸਰੀ ਜਿਹੜੇ ਆ ਉਹ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ, ਬਹੁਤ ਹੀ ਜ਼ਿਆਦਾ ਪਿਆਰ ਕਰਦੇ ਆ ਮੇਰੇ ਜੀਜੋ। ਬਸ ਸ਼ਰਤ ਇੱਕੋ ਹੀ ਆ ਕਿ ਅਸੀਂ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਪਾਕ ਤੇ ਪਵਿੱਤਰਤਾਈ ਦੇ ਵਿੱਚ ਉਹ ਕਿ ਅਸੀਂ ਪਰਮੇਸ਼ਰ ਨੂੰ ਦੇ ਦਈਏ, ਤਾਂ ਉਹਦਾ ਮਨ ਭਾਉਂਦਾ ਜਿਹੜਾ ਪਰਮੇਸ਼ਰ ਦਾ ਦੇ ਲਈ ਅਸੀਂ ਆਪਣਾ ਜੀਵਨ ਜਿਹੜਾ ਗੁਜ਼ਾਰੀਏ, ਤਾਂ ਫਿਰ ਪਰਮੇਸ਼ਰ ਖੁਸ਼ ਹੋ ਜਾਂਦੇ ਆ। ਖੁਸ਼ ਹੋ ਕੇ ਸਾਨੂੰ ਕਹਿੰਦੇ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਕਰਾਂ? ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਕਰਾਂ? ਸਾਡਾ ਅੱਜ ਵਿਸ਼ਾ ਵੀ ਇਹੀ ਆ। ਹਾਲੇਲੂਇਆ। ਪਰਮੇਸ਼ਰ ਦੇ ਵਚਨ 'ਚ ਆਪਾਂ ਦੇਖਾਂਗੇ ਇੱਕ ਲੂਕਾ ਦੀ ਅੰਜੀਲ ਉਹਦਾ 18 ਬਾਬ ਦੀ 41 ਆਇਤ ਆਪਾਂ ਪਰਮੇਸ਼ਰ ਦੇ ਵਚਨ 'ਚ ਆਪਾਂ ਦੇਖਣਾ ਹੈ ਕਿ ਜਦੋਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜੇ ਜੀਰੀਹੋ ਦੇ ਨੇੜੇ ਅਪੜਿਆ, ਤਾਂ ਇੱਕ ਅੰਨਾ ਜਿਹੜਾ ਸੀਗਾ ਉਹ ਸੜਕ ਦੇ ਕਿਨਾਰੇ ਮੰਗਦਾ ਸੀ। ਸੜਕ ਦੇ ਕਿਨਾਰੇ ਕੀ ਕਰਦਾ ਸੀ? ਮੰਗਦਾ ਸੀ। ਹਾਲੇਲੂਇਆ। ਇਉਂ ਹੋਇਆ ਕਿ ਜਾਂ ਉਹ ਜੀਰੀਹੋ ਦੇ ਨੇੜੇ ਆਇਆ, ਅਪੜਿਆ, ਤੇ ਇੱਕ ਅੰਨਾ ਸੜਕ ਦੇ ਕੰਢੇ ਦੇ ਉੱਤੇ ਭੀਖ ਮੰਗਦਾ ਸੀ, ਅਤੇ ਉਹਨੇ ਭੀੜ ਲੰਘਦੀ ਸੁਣੀ ਤੇ ਪੁੱਛਿਆ ਭਈ ਇਹ ਕੌਣ ਹੈ? ਮੇਰੇ ਜੀਜੋ ਉਹ ਜਿਹੜਾ ਅੰਨਾ ਜਿਹੜਾ ਸੀਗਾ ਮੰਗਦਾ ਸੀਗਾ ਉੱਥੇ ਬੈਠਾ, ਤਾਂ ਮੇਰੇ ਜੀਜੋ ਨੇ ਭੀੜ ਲੰਘਦੀ ਸੁਣੀ। ਆਵਾਜ਼ ਉਹ ਸੁਣ ਸਕਦਾ ਸੀ, ਦੇਖ ਨਹੀਂ ਸੀ ਸਕਦਾ, ਸੁਣ ਸਕਦਾ ਸੀ। ਜਦੋਂ ਉਹਨੇ ਆਵਾਜ਼ ਸੁਣੀ ਤਾਂ ਉਹਨੇ ਪੁੱਛਿਆ ਕੀ ਕੌਣ ਹੈ? ਇਹ ਪੁੱਛਿਆ ਕਿ ਇਹ ਕੀ ਹੈ?
ਲੋਕਾਂ ਨੇ ਉਹਨੂੰ ਖਬਰ ਦਿੱਤੀ ਕਿ ਯਿਸੂ ਨਾਸਰੀ ਲੰਘ ਰਿਹਾ। ਹਾਲੇਲੂਇਆ। ਉਹ ਆਪ ਤਾਂ ਦੇਖ ਨਹੀਂ ਸੀ ਸਕਦਾ, ਪਰ ਲੋਕਾਂ ਨੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਦੱਸਿਆ ਕਿ ਯਿਸੂ ਨਾਸਰੀ ਜਿਹੜੇ ਆ ਇੱਥੋਂ ਦੀ ਲੰਘ ਰਹੇ ਆ ਮੇਰੇ ਚੀਜ਼। ਹਾਲੇਲੂਇਆ, ਹਾਲੇਲੂਇਆ। ਆਖਿਆ ਤਾਂ ਲੋਕਾਂ ਨੇ ਖਬਰ ਦਿੱਤੀ ਕਿ ਯਿਸੂ ਨਾਸਰੀ ਲੰਘ ਰਿਹਾ ਹੈ। ਤਦ ਉਹਨੇ ਪੁਕਾਰ ਕੇ ਆਖਿਆ, ਹੇ ਯਿਸੂ ਨਾਸਰੀ ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰ। ਹਾਲੇਲੂਇਆ। ਹੇ ਯਿਸੂ ਨਾਸਰੀ ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰ। ਜਿਹੜੇ ਅੱਗੇ ਜਾਂਦੇ ਸਨ ਉਹਨਾਂ ਨੇ ਉਹਨੂੰ ਝਿੜਕਿਆ, ਭਈ ਚੁੱਪ ਕਰ, ਅਤੇ ਉਹ ਸਗੋਂ ਹੋਰ ਵੀ ਉੱਚੀ ਦੇ ਕੇ ਬੋਲਿਆ, ਹੇ ਯਿਸੂ ਨਾਸਰੀ ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰ। ਮੇਰੇ ਜੀਜੋ, ਜਦੋਂ ਅਸੀਂ ਬਾਰ-ਬਾਰ ਯਿਸੂ ਮਸੀਹ ਨਾਸਰੀ ਨੂੰ ਪੁਕਾਰਦੇ ਹਾਂ, ਜਿਸ ਤਰ੍ਹਾਂ ਅੰਨੇ ਨੇ ਇਸਨੇ ਪੁਕਾਰਿਆ, ਉਹਦਾ ਈਮਾਨ ਸੀਗਾ ਯਿਸੂ ਮਸੀਹ ਨਾਸਰੀ ਦੇ ਉੱਪਰ ਕਿ ਜੇ ਸੱਚਮੁੱਚ ਮੈਂ ਯਿਸੂ ਮਸੀਹ ਨਾਸਰੀ ਨੂੰ ਬੁਲਾਵਾਂਗਾ, ਈਮਾਨ ਦੇ ਨਾਲ, ਵਿਸ਼ਵਾਸ ਦੇ ਨਾਲ ਬੁਲਾਵਾਂਗਾ, ਤਾਂ ਉਹ ਮੇਰੀ ਆਵਾਜ਼ ਨੂੰ ਸੁਣਨਗੇ ਮੇਰੇ ਜੀਜੋ। ਹਾਲੇਲੂਇਆ। ਅੱਜ ਸਾਨੂੰ ਵੀ ਲੋੜ ਹੈ, ਜਦੋਂ ਅਸੀਂ ਪਰਮੇਸ਼ਵਰ ਦੇ ਵਿੱਚ ਬਣੇ ਰਹਿੰਦੇ ਹਾਂ, ਪਰਮੇਸ਼ਵਰ ਦੇ ਨਾਲ ਜੁੜੇ ਰਹਿੰਦੇ ਹਾਂ, ਤਾਂ ਅਸੀਂ ਜਦੋਂ ਯਿਸੂ ਮਸੀਹ ਨਾਸਰੀ ਨੂੰ ਪੁਕਾਰਦੇ ਹਾਂ, ਕੋਈ ਬਿਮਾਰੀ ਹੋਵੇ, ਕੋਈ ਠੁਮਾਰੀ ਹੋਵੇ, ਜਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਇਆ, ਯਿਸੂ ਨਾਸਰੀ ਦੇ ਕੋਲੋਂ ਅਸੀਂ ਵਿਸ਼ਵਾਸ ਦੇ ਨਾਲ ਮੰਗਣਾ ਹੈ। ਜਿਸ ਤਰ੍ਹਾਂ ਇਸ ਅੰਨੇ ਨੇ ਕਿਹਾ, ਹੇ ਯਿਸੂ ਨਾਸਰੀ ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰ ਮੇਰੇ ਜੀਜੋ। ਅੱਜ ਲੋੜ ਆ ਸਾਨੂੰ ਪ੍ਰਭੂ ਯਿਸੂ ਮਸੀਹ ਨਾਸਰੀ ਨੂੰ ਪੁਕਾਰਨ ਦੀ ਮੇਰੇ ਜੀਜੋ। ਤਾਂ ਪ੍ਰਭੂ ਯਿਸੂ ਮਸੀਹ ਸਾਡੀ ਆਵਾਜ਼ ਨੂੰ ਫਿਰ ਕੀਆ ਸੁਣਦੇ ਆ ਮੇਰੇ ਜੀਜੋ। ਪਰ ਸ਼ਰਤ ਇੱਕ ਆ ਕਿ ਜਿਸ ਤਰ੍ਹਾਂ ਇਸ ਅੰਨੇ ਨੇ ਵਿਸ਼ਵਾਸ ਦੇ ਨਾਲ, ਹਾਲਾਂਕਿ ਲੋਕਾਂ ਨੇ ਉਸ ਦੇ ਨਾਲ ਜਿਹੜੇ ਲੋਕ ਸੀਗੇ ਜਾ ਰਹੇ ਸੀ, ਭੀੜਾਂ ਦੀ ਭੀੜ ਜਾ ਰਹੀ ਸੀ, ਤਾਂ ਉਹਨੂੰ ਝਿੜਕਦੇ ਸੀ ਕਿ ਚੁੱਪ ਕਰ, ਪਰ ਉਸਨੇ ਫਿਰ ਦੂਜੀ ਵਾਰੀ ਕਿਹਾ, ਹੇ ਯਿਸੂ ਨਾਸਰੀ ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰ। ਅੱਜ ਅਸੀਂ ਕਹਿੰਦੇ ਆ, ਅੱਜ ਅਸੀਂ ਯਿਸੂ ਮਸੀਹ ਨਾਸਰੀ ਨੂੰ ਪੁਕਾਰਦੇ ਆ ਵਿਸ਼ਵਾਸ ਦੇ ਨਾਲ, ਈਮਾਨ ਦੇ ਨਾਲ ਕਿ ਯਿਸੂ ਨਾਸਰੀ ਸਾਡੇ ਉੱਤੇ ਦਇਆ ਕਰੋ। ਹਾਲੇਲੂਇਆ। ਅੱਜ ਲੋੜ ਹੈ ਸਾਨੂੰ ਉਸ ਅੰਨੇ ਦੀ ਤਰ੍ਹਾਂ ਯਿਸੂ ਮਸੀਹ ਨਾਸਰੀ ਨੂੰ ਪੁਕਾਰਨ ਦੀ ਮੇਰੇ ਜੀਜੋ। ਹਾਲੇਲੂਇਆ, ਹਾਲੇਲੂਇਆ। ਸਗੋਂ ਨੇ ਹੋਰ ਵੀ ਉੱਚੀ ਦੇ ਕੇ ਬੋਲਿਆ, ਹੇ ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰ। ਤਾਂ ਯਿਸੂ ਨਾਸਰੀ ਨੇ ਖੜੋ ਕੇ ਉਹਨੂੰ ਆਪਣੇ ਕੋਲ ਲਿਆਉਣ ਦਾ ਹੁਕਮ ਦਿੱਤਾ ਮੇਰੇ ਜੀਜੋ। ਹਾਲੇਲੂਇਆ। ਖਾਤਾ ਹੀ ਰੱਬਾ ਮਮਾ ਸ਼ੋਰਾ ਕਾਤਾ ਰੱਬਾ ਬਾਬਾ। ਹਾਲੇਲੂਇਆ। ਥੈਂਕ ਯੂ ਜੀਸਸ। ਮੇਰੇ ਜੀਜਾ, ਇਸ ਤਰ੍ਹਾਂ ਸਾਡੇ ਯਿਸੂ ਮਸੀਹ ਨਾਸਰੀ ਜਿਹੜੇ ਆ, ਉਹ ਸਾਡੀ ਆਵਾਜ਼ ਨੂੰ ਸੁਣਦੇ ਆ। ਸਾਡੀ ਆਵਾਜ਼ ਜਦੋਂ ਅਸੀਂ ਮੂੰਹ ਦੇ ਨਾਲ, ਵਿਸ਼ਵਾਸ ਦੇ ਨਾਲ ਪੁਕਾਰਦੇ ਆ ਯਿਸੂ ਮਸੀਹ ਨਾਸਰੀ ਨੂੰ, ਤਾਂ ਮੇਰੇ ਜੀਜੋ ਸਾਡੀ ਆਵਾਜ਼ ਨੂੰ ਸੁਣਦੇ ਆ ਮੇਰੇ ਜੀਜੋ। ਜਿਸ ਤਰ੍ਹਾਂ ਉਸ ਅੰਨੇ ਦੀ ਪੁਕਾਰ ਨੂੰ ਸੁਣਿਆ, ਆਵਾਜ਼ ਨੂੰ ਸੁਣਿਆ, ਤਾਂ ਉਹਨਾਂ ਨੇ ਕਿਹਾ, ਯਿਸੂ ਨਾਸਰੀ ਨੇ ਕਿਹਾ, ਹੁਕਮ ਦਿੱਤਾ ਉਹਨਾਂ ਨੂੰ ਕਿ ਉਸ ਅੰਨੇ ਨੂੰ ਉਹ ਇੱਥੇ ਲੈ ਕੇ ਆਓ। ਜੋ ਮੈਨੂੰ ਆਵਾਜ਼ ਵਿਸ਼ਵਾਸ ਦੇ ਨਾਲ, ਈਮਾਨ ਦੇ ਨਾਲ ਬਾਰ-ਬਾਰ ਮੈਨੂੰ ਪੁਕਾਰ ਰਿਹਾ, ਤਾਂ ਉਹਨੂੰ ਲੈ ਕੇ ਆਓ ਇੱਥੇ। ਹਾਲੇਲੂਇਆ। ਹੁਕਮ ਦਿੱਤਾ। ਹਾਲੇਲੂਇਆ। ਹਾਲੇ ਲਿਆਉਣ ਲਈ ਹੁਕਮ ਕੀਤਾ। ਅਤੇ ਜਾਂ ਉਹ ਨੇੜੇ ਆਇਆ ਤਾਂ ਉਹਨੂੰ ਪੁੱਛਿਆ। ਜਦੋਂ ਉਹ ਨੇੜੇ ਆਇਆ ਤਾਂ ਉਹਨੂੰ ਪੁੱਛਿਆ ਮੇਰੇ ਜੀਜੋ। ਹਾਲੇਲੂਇਆ। ਜੋ ਕਿ ਸਾਡਾ ਅੱਜ ਵਿਸ਼ਾ ਵੀ ਹੈ ਕਿ ਤੁਸੀਂ ਕੀ ਚਾਹੁੰਦੇ ਆ ਕਿ ਮੈਂ ਤੁਹਾਡੇ ਲਈ ਕਰਾਂ। ਯਿਸੂ ਮਸੀਹ ਚਾਹੁੰਦੇ ਆ, ਪੁੱਛਦੇ ਆ ਤੁਹਾਨੂੰ ਕਿ ਤੁਸੀਂ ਮੈਂ ਤੁਹਾਡੇ ਲਈ ਕੀ ਕਰਾਂ। ਜਿਸ ਤਰ੍ਹਾਂ ਅੰਨੇ ਨੂੰ ਪੁੱਛਿਆ। ਹਾਲੇਲੂਇਆ। ਅੰਨੇ ਨੂੰ ਪੁੱਛਿਆ, ਤੂੰ ਕੀ ਚਾਹੁੰਦਾ ਹੈ ਕਿ ਮੈਂ ਤੇਰੇ ਲਈ ਕਰਾਂ। ਅੰਨੇ ਨੂੰ ਪੁੱਛਿਆ ਕਿ ਤੂੰ ਕੀ ਚਾਹੁੰਦਾ ਕਿ ਮੈਂ ਤੇਰੇ ਲਈ ਕਰਾਂ। ਤੇ ਯਿਸੂ ਮਸੀਹ ਨਾਸਰੀ ਦੇ ਅੱਗੇ ਜਿਹੜਾ ਅੰਨਾ ਸੀਗਾ, ਉਹਨੇ ਪੁਕਾਰ ਕੇ ਆਖਿਆ, ਹਾਲੇਲੂਇਆ, ਹਾਲੇਲੂਇਆ। ਉਸਨੇ ਪੁਕਾਰ ਕੇ ਆਖਿਆ, ਹਾਲੇਲੂਇਆ, हे ਯਿਸੂ, ਮੈਂ ਸੁਜਾਖਾ ਹੋ ਜਾਵਾਂ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਉਸਨੇ ਕਿਹਾ, ਪ੍ਰਭੂ ਜੀ, ਮੈਂ ਸੁਜਾਖਾ ਹੋ ਜਾਵਾਂ। ਤਾਂ ਯਿਸੂ ਨੇ ਉਹਨੂੰ ਕਿਹਾ, ਸੁਜਾਖਾ ਹੋ ਜਾ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਨੇ ਕੋਈ ਕੁਐਸਚਨ ਨਹੀਂ ਪੁੱਛਿਆ, ਕਦੋਂ ਦਾ ਅੰਨਾ ਆ ਤੂੰ, ਕਦੋਂ ਤੈਨੂੰ ਦਿਖਣਾ ਹਟਿਆ। ਨਹੀਂ ਤਾਂ 100 ਗੱਲਬਾਤ ਕਰ ਸਕਦਾ ਸੀ ਪਰਮੇਸ਼ਰ, ਪਰ ਸਾਡਾ ਪਰਮੇਸ਼ਰ ਦਾ ਪਰਮੇਸ਼ਰ, ਪ੍ਰਭੂਆਂ ਦਾ ਪ੍ਰਭੂ, ਰਾਜਾਂ ਦਾ ਰਾਜਾ, ਉਹ ਜਿਹੜਾ ਆ, ਉਹ ਸਾਡੇ ਕੋਲੋਂ ਕੋਈ ਸਵਾਲ ਨਹੀਂ ਪੁੱਛਦਾ। ਜਦੋਂ ਅਸੀਂ ਕੋਈ ਵੀ ਪਰਮੇਸ਼ਰ ਦੇ ਕੋਲ ਅੱਗੇ ਅਸੀਂ ਬੇਨਤੀ ਕਰਦੇ ਹਾਂ, ਪਰਮੇਸ਼ਰ ਦੇ ਕੋਲੋਂ ਅਸੀਂ ਕੁਝ ਮੰਗਦੇ ਹਾਂ, ਜਾਂ ਪਰਮੇਸ਼ਰ ਦੇ ਅੱਗੇ, ਯਿਸੂ ਦੇ ਅੱਗੇ ਜਿਹੜਾ ਆ ਕੋਈ ਪੁਕਾਰ ਰੱਖਦੇ ਹਾਂ, ਤਾਂ ਮੇਰੇ ਜੋ ਕੋਈ ਕੁਐਸਚਨ ਨਹੀਂ ਪੁੱਛਦਾ ਹੈ। ਕੋਈ ਉਹ ਸਿਰਫ ਤੇ ਸਿਰਫ ਕਿ ਤੁਹਾਡੀ ਆਵਾਜ਼ ਨੂੰ ਸੁਣ ਕੇ ਤੁਹਾਡੇ ਕੰਮ ਨੂੰ ਪੂਰਾ ਕਰ ਦਿੰਦਾ ਹੈ। ਕਿਸ ਤਰ੍ਹਾਂ ਅੰਨੇ ਨੇ ਕਿਹਾ ਕਿ ਪ੍ਰਭੂ ਜੀ ਨੇ ਕਿਹਾ, ਯਿਸੂ ਨਾਸਰੀ ਨੇ ਕਿਹਾ, ਤੂੰ ਕੀ ਚਾਹੁੰਦਾ ਹੈ ਮੈਂ ਤੇਰੇ ਲਈ ਕਰਾਂ। ਹਾਲੇਲੂਇਆ। ਸਿੰਪਲ ਉਹਨੇ ਕਿਹਾ, ਪ੍ਰਭੂ ਯਿਸੂ ਨੇ ਉਸ ਅੰਨੇ ਨੂੰ, ਤਾਂ
अन्ना कहता कि प्रभु जी मैं सजाखा हो जावां। हालेलुया। तो प्रभु यीशु मसीह ने फिर की कीता? प्रभु यीशु मसीह ने कहा सजाखा हो जा। हालेलुया। इदां दा ईमान जिहड़ा आ जो अन्ने दा सीगा, उसने कहा मैं सजाखा हो जाता, प्रभु यीशु मसीह ने कहा सजाखा हो जा। हालेलुया, हालेलुया। तो यीशु ने उन्होंने कहा सजाखा हो जा, तेरी नेचा ने तेनू बचाया है। किहने बचाया है? तेरी नेचा ने तेनू बचाया मेरे जीजो। हालेलुया। परमेश्वर दा वचन अज सानू यही सिखाउंदा है कि साडे विच नेचा जिहड़ी आ होनी जिहड़ी आ बहुत ही जरूरी आ मेरे जीजो। 12 साल दी औरत जिहड़ी सीगी जिहनू खून दी बहिंदा सीगा, खून दी बीमारी सीगी, तां मेरे जीजो उसने अपनी सारी पूंजी जिहड़ी आ बेच के जिहड़ी आ वो ला दित्ती, पर फिर भी ठीक नहीं हुई। क्यों नहीं ठीक हुई? वो अपने मुताबिक चलदी सी। हालेलुया। कि मैं इत्थों चंगी हो जांगी, मैं इत्थों चंगी हो जांगी, मैं उत्थों चंगी हो जांगी। वो अपनी अकल यूज करदी सीगी। पर जदों यीशु मसीह नासरी दे बारे उन्हें पता लगा, तो मेरे जीजो उन्हें जाके यीशु नासरी दे पल्ले नूं छू लिया ते मेरे वो चंगी हो गई। हालेलुया। वो चंगी हो गई। तो यीशु मसीह नासरी ने कहा मेरे विचों शक्ति निकली आ, मैनू कहने छुया। तो मेरे जीजो पहला तो लोग कह रहे कि इन्नी बड़ी भीड़ दे सानू नहीं पता कि किहने तैनूं छुआ, पर जदों ਉਹ औरत ਉਹਦੇ सामने आई यीशु मसीह नासरी दे, उसने कहा प्रभु जी मैं तेरे पल्ले नहीं छुआ, मैं इन्ने चिर तो बीमार सी। तो कहंदा उन्हें कहा कि तेरी नेचा ने तेनू की कीता? चंगा कीता। उत्थे भी तेरी नेचा ने तेनू चंगा कीता। मेरे जीजो नेचा साडे विच होनी बहुत जरूरी आ मेरे जीजो। फिर परमेश्वर प्रभु यीशु मसीह नासरी जिहड़े आ वो साडीਆਂ ਜ਼ਿੰਦਗੀਆਂ ਦੇ ਵਿੱਚ ਬਹੁਤ ਵੱਡੇ ਵੱਡੇ ਕੰਮ ਕਰਦੇ नेचा ਦੇ ਨਾਲ। हालेलुया। वो ਵੱਡੀ नेचा नहीं चाਹੁੰਦੇ, ਰਾਈ ਦੇ ਦਾਣੇ ਜਿੰਨਾ ਵਿਸ਼ਵਾਸ परमेश्वर कहता तुसीं मेरे ਰਾਈ ਦੇ ਦਾਣਾ ਕਿੱਡਾ ਹੁੰਦਾ ਜੇ ਤੁਸੀਂ ਵਿਸ਼ਵਾਸ ਕਰੋ ਤਾਂ प्रभु यीशु मसीह नासरी ਜਿਹੜੇ ਆ ਉਹ ਰਾਖਾਤਾ ਹੀਰਾ ਬਾਮਾ ਸ਼ੋ ਰਾਖਾਤਾ ਰਾ ਬਾਬਾ ਤੁਹਾਨੂੰ ਟੱਚ ਕਰਦੇ ਆ ਤੇ ਤੁਹਾਨੂੰ ਮੂੰਹ ਦੇ ਵਿੱਚੋਂ ਲਫ਼ਜ਼ ਕਹਿੰਦੇ ਕਿ ਜਾ ਚੰਗਾ ਹੋ ਜਾ। ਜਿਸ ਤਰ੍ਹਾਂ ਉਸਨੇ ਸਜਾਖਾ ਹੋ ਜਾ, ਜਿਸ ਤਰ੍ਹਾਂ ਅੰਨੇ ਨੂੰ ਕਿਹਾ, ਅੰਨਾ ਕਹਿੰਦਾ ਪ੍ਰਭੂ ਜੀ ਮੈਂ ਸਜਾਖਾ ਹੋ ਜਾਵਾਂ। ਤਾਂ ਪ੍ਰਭੂ ਨੇ ਕੀ ਕਿਹਾ? ਸਜਾਖਾ ਹੋ ਜਾ, ਸਜਾਖਾ ਹੋ ਜਾ ਮੇਰੇ ਚੀਜ਼ੋ। ਇਦਾਂ ਦੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਆ। ਉਹਨੇ ਕਿਹਾ ਕਿ ਤੇਰੀ ਨੇਚਾ ਨੇ ਤੈਨੂੰ ਬਚਾਇਆ, ਅਤੇ ਉਹ ਉਵੇਂ ਹੀ ਸਜਾਖਾ ਹੋ ਗਿਆ ਅਤੇ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਉਹਦੇ ਮਗਰ ਤੁਰ ਪਿਆ। ਇਸੇ ਤਰ੍ਹਾਂ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਉਹਦੇ ਮਗਰ ਤੁਰ ਪਿਆ। ਮੇਰੇ ਜੀਜੋ ਉਹਨੇ ਇਹ ਨਹੀਂ ਕਿਹਾ ਕਿ ਮੈਂ ਹੁਣ ਚੰਗਾ ਹੋ ਗਿਆ, ਮੈਂ ਦੌੜ ਕੇ ਆਪਣੀ ਮਾਂ ਨੂੰ ਜਾਂ ਆਪਣੇ ਪਿਓ ਨੂੰ ਜਾਂ ਆਪਣੇ ਭੈਣ ਭਰਾਵਾਂ ਨੂੰ ਜਾ ਕੇ ਦੱਸਾਂ ਕਿ ਮੈਂ ਸਜਾਖਾ ਹੋ ਗਿਆ। ਤਾਂ ਉਹਨੇ ਕੀ ਕੀਤਾ? ਉਹਨੇ ਪਰਮੇਸ਼ਰ ਦਾ ਹੁਕਮ ਪੂਰਾ ਕੀਤਾ। ਉਹ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਪਿੱਛੇ ਚੱਲ ਪਿਆ। ਅੱਜ ਸਾਨੂੰ ਵੀ ਮੇਰੇ ਜੀਜੋ ਮਸੀਹ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣ ਦੀ ਲੋੜ ਆ ਮੇਰੇ ਜੀਜੋ। ਅੱਜ ਕੱਲ ਬਹੁਤ ਸਾਰੇ ਲੋਕ ਜਿਹੜੇ ਚੰਗਿਆਈ ਲੈ ਕੇ ਆਪਣੇ ਕੰਮ ਕਢਾ ਕੇ ਆਪਣਾ ਜੋ ਵੀ ਤੁਸੀਂ ਚਾਹੁੰਦੇ ਪਰਮੇਸ਼ਰ ਤੁਹਾਡੇ ਲਈ ਕਰਦੇ ਆ, ਪਰ ਫਿਰ ਤੁਸੀਂ ਪਿੱਛੇ ਹਟ ਜਾਂਦੇ, ਬੈਕ ਸਲਾਈਡ ਹੋ ਜਾਂਦੇ ਆ ਮੇਰੇ ਜੀਜੋ। ਹਾਲੇਲੂਇਆ। ਤਾਂ ਪਰਮੇਸ਼ਰ ਯਿਸੂ ਮਸੀਹ ਨਾਸਰੀ ਜਿਹੜੇ ਆ ਉਹ ਸਾਨੂੰ ਸਾਡੀ ਆਵਾਜ਼ ਨਹੀਂ ਸੁਣਦੇ। ਉਹ ਤਾਂ ਕਹਿੰਦੇ ਆ ਕਿ ਤੁਸੀਂ ਮੈਨੂੰ ਦੱਸੋ ਮੈਂ ਤੁਹਾਡੇ ਲਈ ਕੀ ਕਰਾਂ। ਪਰ ਇੱਥੇ ਦੇਖੋ ਇੱਥੇ ਯਿਸੂ ਮਸੀਹ ਦੇ ਨਾਲ ਜਿਹੜੇ ਜਿਸ ਅੰਨੇ ਨੂੰ ਪ੍ਰਭੂ ਯਿਸੂ ਮਸੀਹ ਨੇ ਚੰਗਾ ਕੀਤਾ, ਉਹ ਘਰ ਨੂੰ ਨਹੀਂ ਗਿਆ ਜਾ ਕੇ ਦੱਸਿਆ ਨਹੀਂ ਲੋਕਾਂ ਨੂੰ, ਆਪਣੇ ਦੋਸਤਾਂ ਨੂੰ ਨਹੀਂ ਜਾ ਕੇ ਦੱਸਿਆ ਵੀ ਮੈਂ ਚੰਗਾ ਹੋ ਗਿਆ। ਉਹ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਪਿੱਛੇ ਤੁਰ ਪਿਆ ਮੇਰੇ ਜੀਜੋ। ਹਾਲੇ ਉਹਦੇ ਮਗਰ ਤੁਰ ਪਿਆ ਅਤੇ ਸਭਨਾਂ ਲੋਕਾਂ ਨੇ ਵੇਖ ਕੇ ਪਰਮੇਸ਼ਰ ਦੀ ਉਸਤਤ ਕੀਤੀ। ਤੇ ਸਾਰੇ ਲੋਕਾਂ ਨੇ ਵੇਖ ਕੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਦੀ ਜਿਹੜੀ ਆ ਉਹ ਉਸਤਤ ਕੀਤੀ ਮੇਰੇ ਜੀਜੋ, ਵਡਿਆਈ ਕੀਤੀ, ਮਹਿਮਾ ਕੀਤੀ ਉਹਦੀ। ਹਾਲੇਲੂਇਆ। ਅੱਜ ਸਾਨੂੰ ਵੀ ਲੋੜ ਆ ਮੇਰੇ ਜੀਜੋ, ਜਦੋਂ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜੇ ਆ ਉਹ ਸਾਡੇ ਲਈ ਕੁਝ ਕਰਦੇ ਆ ਤਾਂ ਸਾਨੂੰ ਵੀ ਇਸ ਅੰਨੇ ਦੀ ਤਰ੍ਹਾਂ ਉਹਦੇ ਪਿੱਛੇ ਪਿੱਛੇ ਯਿਸੂ ਮਸੀਹ ਦਾ ਲੜ ਫੜ ਲੈਣਾ ਚਾਹੀਦਾ ਕਿ ਯਿਸੂ ਮਸੀਹ ਨਾਸਰੀ ਜਿਹੜੇ ਆ ਉਹ ਪ੍ਰਭੂਆਂ ਦੇ ਪ੍ਰਭੂ ਆ, ਉਹ ਰਾਜਾਂ ਦੇ ਰਾਜਾ, ਆਦ ਔਰ ਅੰਤ ਆ, ਅਲਫਾ ਔਰ ਓਮੇਗਾ ਆ ਮੇਰੇ ਜੀਜੋ। ਉਹ ਆਦ ਔਰ ਅੰਤ ਆ। ਹਾਲੇਲੂਇਆ। ਮੇਰੇ ਜੀਜੋ ਬਹੁਤ ਸਾਰੇ ਲੋਕ ਵੱਖਰੇ ਵੱਖਰੇ ਬਣਾਈ ਫਿਰਦੇ ਆ, ਬਾਪ ਵੱਖਰਾ, ਬੇਟਾ ਵੱਖਰਾ, ਬਾਪ ਬੇਟਾ ਪੁੱਤਰ ਆਤਮਾ ਜਿਹੜਾ ਉਹ ਵੱਖਰਾ, ਪਰ ਮੇਰੇ ਜੀਜੋ ਉਹ ਇੱਕੋ ਹੀ ਆ ਮੇਰੇ ਜੀਜੋ। ਪਰਮੇਸ਼ਰ ਯਿਸੂ ਨਾਸਰੀ ਕਹਿੰਦੇ ਆਦ ਔਰ ਅੰਤ ਮੈਂ ਆ, ਮੇਰੇ ਤੋਂ ਬਿਨਾ ਹੋਰ ਕੋਈ ਪਰਮੇਸ਼ਰ ਹੈ ਨਹੀਂ ਤੇ ਨਾ ਕੋਈ ਇਸ ਦੁਨੀਆ ਤੇ ਉੱਪਰ ਆਏਗਾ।
ਜੋ ਪੁਰਾਣੇ ਐਤਨਾਮੇ ਦੇ ਯਹੋਵਾ ਦੇ ਨਾਂ ਦੇ ਕਈ ਨਾਵਾਂ ਦੇ ਨਾਲ ਉਹਨੂੰ ਪੁਕਾਰਦੇ ਸੀ, ਪਰ ਮੇਰੇ ਜੀਜੋ ਉਹ ਯਿਸੂ ਮਸੀਹ ਨਾਸਰੀ ਜਿਹੜੇ ਆ ਉਹ ਇੱਕੋ ਹੀ ਪਰਮੇਸ਼ਰ ਆ ਮੇਰੇ ਜੀਜੋ, ਜਿਨ੍ਹਾਂ ਨੇ ਸਾਡੇ ਵਾਸਤੇ ਆਪਣੀ ਜਾਨ ਸੂਲੀ ਦੇ ਉੱਪਰ ਦੇ ਕੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਹਾਲੇਲੂਇਆ। ਸਾਡੇ ਪਾਪਾਂ ਦੀ ਖਾਤਰ ਉਹ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਕਹਿੰਦੇ ਆਦ ਔਰ ਅੰਤ ਮੈਂ ਆ। ਸ਼ੁਰੂ ਤੋਂ ਹੀ ਪ੍ਰਭੂ ਯਿਸੂ ਮਸੀਹ ਨਾਸਰੀ ਪ੍ਰਭੂ ਆ। ਪਰ ਮੇਰੇ ਜੀਜੋ ਪ੍ਰਭੂ ਯਿਸੂ ਮਸੀਹ ਨੇ ਇੱਕ ਬੱਚੇ ਦੇ ਰੂਪ ਦੇ ਵਿੱਚ ਆਉਣਾ ਪਿਆ। ਆਣ ਕੇ ਉਹਨਾਂ ਨੂੰ 3.5 ਸਾਲ ਜਿਹੜੀ ਮਿਨਿਸਟਰੀ ਉਹਨਾਂ ਨੇ ਕੀਤੀ ਆ ਉਹ ਉਹਨਾਂ ਨੇ ਕਰਨੀ ਸੀ, ਕਿਉਂਕਿ ਪਾਪ ਜਿਹੜਾ ਹੈ ਇਸ ਦੁਨੀਆ ਦੇ ਉੱਪਰ ਬਹੁਤ ਵੱਧ ਗਿਆ ਸੀ। ਜਦੋਂ ਆਦਮ ਤੇ ਹਵਾ ਨੇ ਜਿਹੜਾ ਫਲ ਖਾ ਲਿਆ ਉਸ ਤੋਂ ਬਾਅਦ ਪਾਪ ਜਿਹੜਾ ਆ ਸ਼ੁਰੂ ਹੋ ਗਿਆ, ਤੇ ਮੇਰੇ ਜੀਜੋ ਪਾਪ ਬਹੁਤ ਵੱਧ ਗਿਆ। ਤਾਂ ਪ੍ਰਭੂ ਯਿਸੂ ਮਸੀਹ ਨਾਸਰੀ ਨੂੰ ਯਹੋਵਾ ਪਰਮੇਸ਼ਰ ਯਿਸੂ ਜਿਹੜੇ ਯਹੋਵਾ ਦੇ ਨਾਂ ਦੇ ਨਾਲ ਪਰਮੇਸ਼ਰ ਦੇ ਨਾਲ ਪੁਕਾਰਦੇ ਸੀ ਉਹਨੂੰ, ਤਾਂ ਉਹ ਹੀ ਯਿਸੂ ਮਸੀਹ ਨਾਸਰੀ ਜਿਹੜੇ ਆ ਉਹ ਯਿਸੂ ਦੇ ਰੂਪ ਦੇ ਵਿੱਚ ਆਣ ਕੇ ਆ ਗਏ ਮੇਰੇ ਜੀਜੋ ਬੱਚੇ ਦੇ ਰੂਪ ਦੇ ਵਿੱਚ ਇਸ ਦੁਨੀਆ ਦੇ ਉੱਪਰ। ਹਾਲੇਲੂਇਆ। ਉਹੀ ਪਰਮੇਸ਼ਰ ਆ ਮੇਰੇ ਜੀਜੋ, ਹੋਰ ਪਰਮੇਸ਼ਰ 2 ਜਾਂ 3 ਜਾਂ 4 ਪਰਮੇਸ਼ਰ ਨਹੀਂ ਆ ਮੇਰੇ ਜੀਜੋ, ਇੱਕੋ ਹੀ ਪਰਮੇਸ਼ਰ ਆ। ਪ੍ਰਭੂ ਕਹਿੰਦਾ ਆਦ ਔਰ ਅੰਤ ਮੈਂ, ਅਲਫਾ ਔਰ ਓਮੇਗਾ ਮੈਂ ਆ ਮੇਰੇ ਜੀਜੋ। ਮੇਰੇ ਤੋਂ ਬਿਨਾ ਹੋਰ ਕੋਈ ਪਰਮੇਸ਼ਰ ਨਹੀਂ ਹੈ ਤੇ ਨਾ ਕੋਈ ਹੋ ਸਕਦਾ ਮੇਰੇ ਜੀਜੋ। ਉਹ ਆ ਯਿਸੂ ਨਾਸਰੀ ਥੇ ਜਿਹਨੇ ਅੰਨੇ ਨੂੰ ਕਿਹਾ ਸਜਾਖਾਂ ਹੋ ਜਾ ਮੇਰੇ ਜੀਜੋ। ਹਾਲੇਲੂਇਆ। ਅੱਜ ਸਾਨੂੰ ਪ੍ਰਭੂ ਯਿਸੂ ਦੇ ਨਾਲ ਚੱਲਣ ਦੀ ਲੋੜ ਆ ਮੇਰੇ ਜੀਜੋ। ਉਹ ਜਦੋਂ ਅਸੀਂ ਪਰਮੇਸ਼ਰ ਯਿਸੂ ਮਸੀਹ ਨਾਸਰੀ ਜਿਹੜਾ ਚੰਗਾ ਕਰ ਦਿੰਦੇ ਆ, ਤਾਂ ਉਹ ਜਿਸ ਤਰ੍ਹਾਂ ਅੰਨਾ ਜਿਹੜਾ ਪਿੱਛੇ ਨਹੀਂ ਗਿਆ, ਪਿੱਛੇ ਮੁੜਿਆ ਨਹੀਂ, ਬਲਕਿ ਯਿਸੂ ਦੇ ਨਾਲ ਨਾਂ ਦੇ ਵਿੱਚ ਅੱਗੇ ਚੱਲਦਾ ਗਿਆ। 10 ਕੋੜੀਆਂ ਦੀ ਤੁਸੀਂ ਗੱਲ ਵਚਨ ਦੇ ਵਿੱਚੋਂ ਪੜ੍ਹੀ ਹੋਣੀ ਆ ਕਿ 10 ਕੋੜੀ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਚੰਗੇ ਕੀਤੇ, ਤਾਂ ਸਿਰਫ ਉਹਦਾ ਧੰਨਵਾਦ ਕਰ ਲਈ ਇੱਕੋ ਹੀ ਕੋੜੀ ਵਾਪਸ ਆ। ਤਾਂ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਪੁੱਛਿਆ ਕਿ 10 ਚੰਗੇ ਨਹੀਂ ਹੋਏ। ਹਾਲੇਲੂਇਆ। ਅੱਜ ਵੀ ਮੇਰੇ ਜੀਜੋ ਬਹੁਤ ਸਾਰੇ ਲੋਕ ਜਿਹੜੇ ਆ ਪਰਮੇਸ਼ਰ ਦੇ ਕੋਲੋਂ ਬਰਕਤਾਂ ਪਾ ਕੇ, ਆਸ਼ਾ ਪਾ ਕੇ, ਚੰਗੇ ਹੋ ਕੇ ਫਿਰ ਬੈਕ ਸਲਾਈਡ ਹੋ ਜਾਂਦੇ ਆ ਮੇਰੇ ਜੀਜੋ। ਤੇ ਉਸ ਤੋਂ ਬਾਅਦ ਫਿਰ ਕੀ ਹੁੰਦਾ ਆ ਮੇਰੇ ਜੀਜੋ, ਹੋਰ ਬਹੁਤ ਸਾਰੀਆਂ ਬਿਮਾਰੀਆਂ ਉਹਨਾਂ ਦੇ ਉੱਪਰ ਆ ਜਾਂਦੀਆਂ, ਕਿਉਂਕਿ ਉਹਨਾਂ ਨੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ ਲੜ ਜਿਹੜਾ ਉਹ ਛੱਡ ਦਿੱਤਾ ਮੇਰੇ ਜੀਜੋ। ਹਾਲੇਲੂਇਆ। ਜੇ ਅਸੀਂ ਪਰਮੇਸ਼ਰ ਦੇ ਨਾਲ ਜੁੜੇ ਰਵਾਂਗੇ ਤੇ ਅਸੀਂ ਬਹੁਤ ਵੱਡੀ ਬਰਕਤ ਤੇ ਆਸ਼ੀਸ਼ ਪਾਵਾਂਗੇ, ਤਾਂ ਹਮੇਸ਼ਾ ਹਰੇ ਭਰੇ ਰਵਾਂਗੇ। ਹਾਲੇਲੂਇਆ। ਇਸੇ ਤਰ੍ਹਾਂ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਦੇ ਇੱਕ ਹੋਰ, ਪਹਿਲਾ ਯੂਹੰਨਾ ਉਹਦੀ 4 ਬਾਬ ਦੀ ਪਹਿਲਾਂ 8 ਆਇਤ ਦੇਖਾਂਗੇ, ਉਸ ਤੋਂ ਬਾਅਦ 16 ਆਇਤ ਦੇਖਾਂਗੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ। ਹਾਲੇਲੂਇਆ। ਓ ਥੈਂਕ ਯੂ ਰਾਖਾ ਸ਼ਾਕਾ ਤਾਰਾ ਬਾਬਾ। ਹਾਲੇਲੂਇਆ। 4 ਬਾਬ ਦੀ ਪਹਿਲਾ ਯੂਹੰਨਾ ਉਹਦਾ 4 ਬਾਬ ਦੀ 8 ਆਇਤ ਪਰਮੇਸ਼ਰ ਦੇ ਵਚਨ ਚ ਲਿਖਿਆ, ਜਿਹੜਾ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ਰ ਨੂੰ ਨਹੀਂ ਜਾਣਦਾ। ਹਾਲੇਲੂਇਆ। ਜਿਹੜਾ ਪ੍ਰੇਮ ਨਹੀਂ ਕਰਦਾ, ਪਰਮੇਸ਼ਰ ਯਿਸੂ ਦੇ ਵਚਨ ਦੇ ਵਿੱਚ ਲਿਖਿਆ ਕਿ ਉਹ ਪ੍ਰਭੂ ਯਿਸੂ ਮਸੀਹ ਨੂੰ ਪਿਆਰ ਨਹੀਂ ਕਰਦਾ। ਹਾਲੇਲੂਇਆ। ਜਿਹੜਾ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ਰ ਨੂੰ ਨਹੀਂ ਜਾਣਦਾ ਮੇਰੇ ਜੀਜੋ। ਉਹ ਪਰਮੇਸ਼ਰ ਨੂੰ ਪਿਆਰ ਨਹੀਂ ਕਰਦਾ, ਨਾ ਕਿ ਉਹਨੂੰ ਜਾਣਦਾ ਵੀ ਨਹੀਂ ਆ। ਹਾਲੇਲੂਇਆ। ਕਿਉਂ? ਜੋ ਪਰਮੇਸ਼ਰ ਪ੍ਰੇਮ ਹੈ, ਕਿਉਂਕਿ ਪਰਮੇਸ਼ਰ ਜਿਹੜੇ ਆ ਉਹ ਪ੍ਰੇਮ ਆ ਮੇਰੇ ਜੀਜੋ। ਹਾਲੇਲੂਇਆ। ਜਿਹੜਾ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ਰ ਯਿਸੂ ਨੂੰ ਨਹੀਂ ਜਾਣਦਾ ਮੇਰੇ ਜੀਜੋ, ਕਿਉਂਕਿ ਪਰਮੇਸ਼ਰ ਜਿਹੜੇ ਆ ਉਹ ਪ੍ਰੇਮ ਆ ਮੇਰੇ ਜੀਜੋ। ਹਾਲੇਲੂਇਆ। ਹਾਲੇਲੂਇਆ। ਪ੍ਰੇਮ ਹੈ, ਪਰ ਪਰਮੇਸ਼ਰ ਦਾ ਪ੍ਰੇਮ ਸਾਡੇ ਵਿੱਚ ਉਸ ਤੋਂ ਪ੍ਰਗਟ ਹੋਇਆ ਭਈ ਜੋ ਪਰਮੇਸ਼ਰ ਨੇ ਆਪਣੇ ਇਕਲੌਤੇ ਪੁੱਤ ਨੂੰ ਸੰਸਾਰ ਦੇ ਵਿੱਚ ਘੱਲਿਆ ਭਈ ਅਸੀਂ ਉਹਨੂੰ ਉਹਦੇ ਰਾਹੀਂ ਜੀਏ। ਅਸੀਂ ਪਰਮੇਸ਼ਰ ਤੁਹਾਨੂੰ ਨਵਾਂ ਜੀਵਨ ਦੇਣਾ ਚਾਹੁੰਦਾ, ਜ਼ਿੰਦਗੀ ਦੇਣਾ ਚਾਹੁੰਦਾ ਮੇਰੇ ਜੀਜੋ। ਪਰਮੇਸ਼ਰ ਪ੍ਰੇਮ ਆ। ਜੋ ਕੋਈ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ਰ ਨੂੰ ਨਹੀਂ ਜਾਣਦਾ, ਕਿਉਂਕਿ ਪਰਮੇਸ਼ਰ ਪ੍ਰੇਮ ਆ ਮੇਰੇ ਜੀਜੋ। ਹਾਲੇਲੂਇਆ। ਅੱਜ ਅਸੀਂ ਜਿਹੜਾ ਆ ਉਹ ਪਰਮੇਸ਼ਰ ਨੂੰ ਜੇ ਸੱਚਮੁੱਚ ਅਸੀਂ ਉਹਨੂੰ ਜਾਣਦੇ ਆ, ਤਾਂ ਮੇਰੇ ਜੀਜੋ ਅਸੀਂ ਪਰਮੇਸ਼ਰ ਦਾ ਪ੍ਰੇਮ ਜਿਹੜਾ ਆਪਣੀਆਂ ਜ਼ਿੰਦਗੀਆਂ 'ਚ ਰੱਖੀਏ, ਤਾਂ ਕਿ ਪਰਮੇਸ਼ਰ ਨੂੰ ਪਿਆਰ ਕਰੀਏ, ਪਰਮੇਸ਼ਰ ਦੇ ਲੋਕਾਂ ਨੂੰ ਪਿਆਰ ਕਰੀਏ, ਪਰਮੇਸ਼ਰ ਦੇ ਚੱਲਣ ਦੇ ਨਾਲ ਚੱਲਣ ਵਾਲੇ ਹੋਰ ਜਿਹੜੇ ਸਾਡੇ ਲੋਕ ਭੈਣ ਭਾਈ ਆ ਜਿੰਨੇ ਵੀ, ਉਹਨਾਂ ਨੂੰ ਪ੍ਰੇਮ ਕਰੀਏ, ਪਿਆਰ ਕਰੀਏ ਮੇਰੇ ਜੀਜੋ, ਤਾਂ ਫਿਰ ਪਰਮੇਸ਼ਰ ਖੁਸ਼ ਹੁੰਦੇ ਆ ਮੇਰੇ ਜੀਜੋ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਪ੍ਰੇਮ ਆ ਮੇਰੇ ਜੀਜੋ। ਤਾਂ ਕਿਉਂ ਉਹ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਦੇ ਉੱਪਰ ਆਏ? ਉਹ ਕੀ ਆ ਕਿ ਉਹ ਜਿਹੜਾ ਆ ਉਹ ਕਹਿ ਰਿਹਾ ਕਿ ਤੁਸੀਂ ਜੀਵੋ, ਇਸ ਧਰਤੀ ਦੇ ਉੱਪਰ ਜੀਵੋ। ਤੁਹਾਡੇ ਪਾਪ ਜਿਹੜੇ ਗੁਨਾਹ ਜਿਹੜੇ ਜਦੋਂ ਤੁਸੀਂ ਮੰਨ ਕੇ ਜਿਹੜੇ ਪਰਮੇਸ਼ਰ ਯਿਸੂ ਦੇ ਅੱਗੇ ਰੱਖ ਦਿੰਦੇ ਆ, ਤਾਂ ਪਰਮੇਸ਼ਰ ਤੁਹਾਡੇ ਪਾਪਾਂ ਨੂੰ ਮਾਫ ਕਰਕੇ ਇੱਕ ਨਵੀਂ ਜ਼ਿੰਦਗੀ ਜਿਹੜੀ ਆ ਤੁਹਾਨੂੰ ਦੇ ਦਿੰਦੇ ਆ ਕਿ ਤੁਸੀਂ ਜੀਵੋ ਇਸ ਸੰਸਾਰ ਦੇ ਵਿੱਚ, ਮੇਰੇ ਨਾਲ ਜੀਵੋ, ਪਰਮੇਸ਼ਰ ਦੇ ਇਸ ਸੰਸਾਰ ਦੇ ਜੀਵੋ, ਮੈਂ ਤੁਹਾਡੇ ਨਾਲ ਆ, ਕਿਉਂਕਿ ਪਰਮੇਸ਼ਰ ਪ੍ਰੇਮ ਆ ਮੇਰੇ ਜੀਜੋ।
ਹਾਲੇਲੂਇਆ। ਇਸੇ ਤਰ੍ਹਾਂ ਇਹਦੀ 16 ਆਇਤ ਵੀ ਆਪਾਂ ਦੇਖਾਂਗੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਲਿਖਿਆ, ਅਤੇ ਅਸਾਂ ਪਰਮੇਸ਼ਰ ਦੇ ਉਸ ਪ੍ਰੇਮ ਨੂੰ ਜੋ ਸਾਡੇ ਨਾਲ ਰੱਖਦਾ ਹੈ ਜਾਣਿਆ ਅਤੇ ਉਹਦੀ ਪ੍ਰਤੀਤ ਕੀਤੀ ਹੈ। ਜੋ ਵੀ ਪਰਮੇਸ਼ਰ ਸਾਡੇ ਨਾਲ ਪ੍ਰੇਮ ਰੱਖਦਾ ਤੇ ਉਹਨੂੰ ਅਸੀਂ ਕੀ ਕੀਤਾ ਹੈ? ਜਾਣਿਆ। ਤਾਂ ਫਿਰ ਅਸੀਂ ਉਹਦੀ ਕੀ ਕੀਤੀ? ਪ੍ਰਤੀਤ ਕੀਤੀ। ਮੇਰੇ ਜੇ ਵਿਸ਼ਵਾਸ ਕੀਤਾ, ਈਮਾਨ ਕੀਤਾ ਉਹਦੇ ਉੱਤੇ, ਪ੍ਰਤੀਤ ਕੀਤੀ। ਪਰਮੇਸ਼ਰ ਪ੍ਰੇਮ ਹੈ ਅਤੇ ਜਿਹੜਾ ਪ੍ਰੇਮ ਵਿੱਚ ਰਹਿੰਦਾ ਹੈ ਉਹ ਪਰਮੇਸ਼ਰ ਵਿੱਚ ਰਹਿੰਦਾ। ਜਿਹੜਾ ਪ੍ਰੇਮ ਵਿੱਚ ਰਹਿੰਦਾ ਮੇਰੇ ਜੀਜੋ, ਉਹ ਪਰਮੇਸ਼ਰ ਦੇ ਵਿੱਚ ਰਹਿੰਦਾ ਹੈ। ਹਾਲੇਲੂਇਆ, ਹਾਲੇਲੂਇਆ। ਉਹ ਪਰਮੇਸ਼ਰ, ਹਾਲੇਲੂਇਆ, ਉਹ ਪਰਮੇਸ਼ਰ ਵਿੱਚ ਰਹਿੰਦਾ ਅਤੇ ਪਰਮੇਸ਼ਰ ਉਸ ਵਿੱਚ ਰਹਿੰਦਾ ਹੈ। ਹਾਲੇਲੂਇਆ। ਜਿਹੜਾ ਪ੍ਰੇਮ ਕਰਦਾ ਹੈ ਮੇਰੇ ਜੀਜੋ, ਪਰਮੇਸ਼ਰ ਉਹਦੇ ਵਿੱਚ ਰਹਿੰਦਾ ਹੈ। ਹਾਲੇ ਜਿਹੜਾ ਪ੍ਰੇਮ ਵਿੱਚ ਰਹਿੰਦਾ ਤੇ ਪਰਮੇਸ਼ਰ ਕੀ ਆ? ਪਰਮੇਸ਼ਰ ਉਹਦੇ ਵਿੱਚ ਫਿਰ ਰਹਿੰਦਾ ਮੇਰੇ ਜੀਜੋ। ਤੇ ਫਿਰ ਅੱਜ ਸਾਨੂੰ ਸਿੱਖਣ ਦੀ ਜ਼ਰੂਰਤ ਹੈ ਕਿ ਕਿੰਨਾ ਹੈ ਕਿ ਅਸੀਂ ਪਰਮੇਸ਼ਰ ਪ੍ਰੇਮ ਹੈ ਤਾਂ ਅਸੀਂ ਵੀ ਪ੍ਰੇਮ ਕਰੀਏ ਮੇਰੇ ਜੀਜੋ। ਤਾਂ ਫਿਰ ਪਰਮੇਸ਼ਰ ਸਾਫ਼ ਇਸ ਵਚਨ ਦੇ ਵਿੱਚ, ਇਸ ਆਇਤ ਦੇ ਵਿੱਚ ਲਿਖਦੇ ਕਿ ਜੇ ਪਰਮੇਸ਼ਰ ਪ੍ਰੇਮ ਆ ਤਾਂ ਜੇ ਤੁਸੀਂ ਪ੍ਰੇਮ ਦੇ ਵਿੱਚ ਰਹਿੰਦੇ ਆ ਤਾਂ ਮੇਰੇ ਜੀਜੋ ਯਿਸੂ ਮਸੀਹ ਨਾਸਰੀ ਤੁਹਾਡੇ ਵਿੱਚ ਰਹਿੰਦੇ ਆ। ਹਾਲੇਲੂਇਆ, ਹਾਲੇਲੂਇਆ। ਉਹ ਪਰਮੇਸ਼ਰ ਵਿੱਚ ਰਹਿੰਦਾ ਹੈ ਅਤੇ ਪਰਮੇਸ਼ਰ ਉਸ ਵਿੱਚ ਰਹਿੰਦਾ ਹੈ। ਪ੍ਰੇਮ ਸਾਡੇ ਵਿੱਚ ਇਸ ਤੋਂ ਸੰਪੂਰਨ ਹੋਇਆ ਭਈ ਨਿਆਂ ਦੇ ਦਿਨ ਸਾਨੂੰ ਦਲੇਰੀ ਹੋਵੇ। ਪ੍ਰੇਮ ਜਿਹੜਾ ਇਸ ਕਰਕੇ ਸਾਡੇ ਵਿੱਚ ਹੋਇਆ, ਉਹ ਸੰਪੂਰਨ ਹੋਇਆ ਭਈ ਅਸੀਂ ਨਿਆਂ ਦੇ ਦਿਨ ਸਾਨੂੰ ਦਲੇਰੀ ਹੋਵੇ। ਕਿਉਂ? ਜੋ ਜਿਵੇਂ ਉਹ ਹੈ ਤਿਵੇਂ ਅਸੀਂ ਵੀ ਇਸ ਸੰਸਾਰ ਵਿੱਚ ਹਾਂ। ਹਾਲੇਲੂਇਆ। ਸਾਨੂੰ ਦਲੇਰੀ ਹੋਵੇ ਮੇਰੇ ਜੀਜੋ। ਹਾਲੇਲੂਇਆ। ਅੱਜ ਚਾਹੁੰਦੇ ਹਾਂ ਅਸੀਂ ਕਿ ਪਰਮੇਸ਼ਰ ਸਾਨੂੰ ਕਹਿੰਦੇ ਆ ਕਿ ਜੋ ਦੱਸੋ ਮੈਨੂੰ ਕਿ ਮੈਂ ਤੁਹਾਡੇ ਲਈ ਕੀ ਕਰਾਂ। ਹਾਲੇਲੂਇਆ। ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਕਰਾਂ? ਜਿਸ ਤਰ੍ਹਾਂ ਉਸ ਅੰਨੇ ਨੇ ਕਿਹਾ, ਪ੍ਰਭੂ ਯਿਸੂ ਮਸੀਹ ਨੇ ਉਹਨੂੰ ਪੁੱਛਿਆ ਕਿ ਮੈਂ ਤੇਰੇ ਲਈ ਕੀ ਕਰਾਂ, ਤਾਂ ਉਸਨੇ ਕਿਹਾ ਮੈਂ ਸਯਾਕਾ ਹੋ ਜਾ ਮੇਰੇ ਚੀਚੋ। ਤਾਂ ਉਹ ਸਯਾਕਾ, ਪਰਮੇਸ਼ਰ ਨੇ ਕਿਹਾ ਸਯਾਕਾ ਹੋ ਜਾ। ਹਾਲੇਲੂਇਆ। ਇਸੇ ਤਰ੍ਹਾਂ ਆਪਾਂ ਪਰਮੇਸ਼ਰ ਦੇ ਇੱਕ ਵਚਨ ਦੇ ਵਿੱਚ ਹੋਰ ਦੇਖਦੇ ਹਾਂ, ਜ਼ਬੂਰਾਂ ਦੀ ਕਿਤਾਬ ਦਾ 77 ਜ਼ਬੂਰ 77। Hallelujah. Thank you, Jesus. 77. Hallelujah. Thank you, Jesus. 77 ਦੀ ਪਹਿਲੀ ਆਇਤ ਆਪਾਂ ਪਰਮੇਸ਼ਰ ਦੇ ਵਚਨ ਚੋਂ ਦੇਖਦੇ ਹਾਂ। ਲਿਖਿਆ, ਮੈਂ ਪਰਮੇਸ਼ਰ ਅੱਗੇ ਆਪਣੀ ਆਵਾਜ਼ ਨਾਲ ਦੁਹਾਈ ਦਿਆਂਗਾ। ਮੈਂ ਪਰਮੇਸ਼ਰ ਦੇ ਅੱਗੇ, ਹਾਲੇਲੂਇਆ, ਮੈਂ ਪਰਮੇਸ਼ਰ ਦੇ ਅੱਗੇ ਆਪਣੀ ਆਵਾਜ਼ ਨਾਲ ਕੀ ਕਰਾਂਗਾ? ਦੁਹਾਈ ਦਿਆਂਗਾ। ਹਾਂ, ਆਪਣੀ ਆਵਾਜ਼ ਨਾਲ ਪਰਮੇਸ਼ਰ ਦੇ ਅੱਗੇ, ਅਤੇ ਉਹ ਮੇਰੀ ਵੱਲ ਕੰਨ ਧਰੇਗਾ। ਹਾਲੇਲੂਇਆ। ਕਿੱਦਾਂ ਆਵਾਜ਼ ਲਾਉਣੀ ਪਰਮੇਸ਼ਰ ਨੂੰ? ਲਿਖਿਆ, ਪਰਮੇਸ਼ਰ ਅੱਗੇ ਮੈਂ ਆਪਣੀ ਆਵਾਜ਼ ਨਾਲ ਦੁਹਾਈ ਦਿਆਂਗਾ ਮੇਰੇ ਜੀਜੋ। ਹਾਂ, ਆਪਣੀ ਆਵਾਜ਼ ਨਾਲ ਪਰਮੇਸ਼ਰ ਅੱਗੇ ਉਹ ਮੇਰੀ ਵੱਲ ਕੰਨ ਧਰੇਗਾ। ਉਹ ਮੇਰੀ ਵੱਲ ਕੰਨ ਧਰੇਗਾ ਜਦੋਂ ਅਸੀਂ ਪਰਮੇਸ਼ਰ ਦੇ ਅੱਗੇ ਦੁਹਾਈ ਦਿੰਨੇ ਆ, ਪਰਮੇਸ਼ਰ ਦੇ ਕਹਿੰਦੇ ਆ। ਜਿਸ ਤਰ੍ਹਾਂ ਉਸ ਅੰਨੇ ਨੇ ਕਿਹਾ, ਏ ਯਿਸੂ ਨਾਸਰੀ ਦਾਊਦ ਦੇ ਪੁੱਤਰ। ਫਿਰ ਲੋਕਾਂ ਨੇ ਉਹਨੂੰ ਚੁੱਪ ਕਰਾ, ਫਿਰ ਉਹਨੇ ਕਿਹਾ, ਹੇ ਯਿਸੂ ਨਾਸਰੀ ਦਾਊਦ ਦੇ ਪੁੱਤਰ। ਤਾਂ ਮੇਰੇ ਜੀਜੋ ਯਿਸੂ ਮਸੀਹ ਨੇ ਉਹਨੂੰ ਬੁਲਾ ਲਿਆ। ਇਸੇ ਤਰ੍ਹਾਂ ਦੁਹਾਈ ਦਿੱਤੀ ਉਹਨੇ। ਇਸੇ ਤਰ੍ਹਾਂ ਸਾਨੂੰ ਵੀ ਅੱਜ ਦੁਹਾਈ ਦੇਣ ਦੀ ਲੋੜ ਹੈ ਪਰਮੇਸ਼ਰ ਦੇ, ਹੇ ਪਰਮੇਸ਼ਰ ਯਿਸੂ ਨਾਸਰੀ, ਸਾਨੂੰ ਬਚਾ, ਸਾਡੇ ਤੇ ਕਿਰਪਾ ਕਰ। ਅਸੀਂ ਆਪਣੀ ਅੱਛੀ ਜ਼ਿੰਦਗੀ ਸੰਸਾਰ ਦੇ ਜੀਣਾ ਚਾਹੁੰਦੇ ਹਾਂ ਤੇਰੇ ਨਾਲ। ਤਾਂ ਮੇਰੇ ਜੀਜੋ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਸਾਡੀ ਦੁਹਾਈ ਦੇ ਵੱਲ ਕੰਨ ਲਾਉਂਦੇ ਆ, ਧਰਦੇ ਆ, ਸਾਡੇ ਆਵਾਜ਼ ਨੂੰ ਸੁਣਦੇ ਆ ਕੰਨ ਲਾ ਕੇ ਮੇਰੇ ਜੀਜੋ। ਹਾਲੇਲੂਇਆ। ਬਟ ਸਿਰਫ ਗੱਲ ਇੱਕ ਹੈ ਕਿ ਅਸੀਂ ਦੁਹਾਈ ਜਿਹੜੀ ਹੈ ਪਰਮੇਸ਼ਰ ਦੇ ਸੱਚੇ ਦਿਲ ਦੇ ਨਾਲ, ਈਮਾਨ ਦੇ ਨਾਲ, ਵਿਸ਼ਵਾਸ ਦੇ ਨਾਲ ਅਸੀਂ ਆਵਾਜ਼ ਲਗਾਉਣੀ ਪਰਮੇਸ਼ਰ ਨੂੰ। ਤਾਂ ਪਰਮੇਸ਼ਰ ਜਿਹੜਾ ਆ ਉਹ, ਹਾਲੇ ਲਿਖਿਆ, ਆਪਣੀ ਆਵਾਜ਼ ਨਾਲ ਪਰਮੇਸ਼ਰ ਅੱਗੇ, ਅਤੇ ਉਹ ਮੇਰੀ ਵੱਲ ਕੰਨ ਧਰੇਗਾ। ਉਹ ਮੇਰੀ ਵੱਲ ਕੰਨ ਧਰੇਗਾ ਮੇਰੇ ਜੀਜੋ। ਹਾਲੇਲੂਇਆ, ਹਾਲੇਲੂਇਆ। ਇਸੇ ਤਰ੍ਹਾਂ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਇੱਕ ਹੋਰ ਦੇਖਦੇ ਹਾਂ, ਯਹੂਨਾ ਦੀ ਇੰਜੀਲ। ਹਾਲੇਲੂਇਆ। ਓ ਹਾਲੇਲੂਇਆ। ਥੈਂਕ ਯੂ ਜੀ। ਯਹੂਨਾ 16 ਬਾਬ ਦੀ 24 ਆਇਤ ਆਪਾਂ ਪਰਮੇਸ਼ਰ ਦੇ ਵਚਨ ਚੋਂ ਦੇਖਦੇ ਹਾਂ। ਥੈਂਕ ਯੂ ਜੀਸਸ। ਹਾਲੇਲੂਇਆ, ਹਾਲੇਲੂਇਆ। ਥੈਂਕ ਯੂ। 16 ਬਾਬ ਦੀ 24 ਆਇਤ। ਹਾਲੇਲੂਇਆ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਲਿਖਿਆ ਪਰਮੇਸ਼ਰ ਦੇ ਵਚਨ ਚ, ਹਾਲੇਲੂਇਆ, ਲਿਖਿਆ, ਅਜੇ ਤੱਕ ਤੁਸੀਂ ਮੇਰਾ ਨਾਮ ਲੈ ਕੇ ਕੁਝ ਨਹੀਂ ਮੰਗਿਆ, ਮੰਗੋ ਤਾਂ ਤੁਸੀਂ ਲਓਗੇ, ਭਈ ਤੁਹਾਡਾ ਆਨੰਦ ਪੂਰਾ ਹੋਵੇ। ਥੋੜਾ ਇਸ ਤੋਂ ਉੱਪਰ ਪੜ੍ਹਦੇ ਹਾਂ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੇ ਤੁਸੀਂ ਪਿਤਾ ਕੋਲ ਕੁਝ ਮੰਗੋ ਤਾਂ ਉਹ ਮੇਰਾ ਨਾਮ ਕਰਕੇ ਤੁਹਾਨੂੰ ਦੇਵੇਗਾ। ਅਜੇ ਤੱਕ ਤੁਸੀਂ
ਮੇਰਾ ਨਾਮ ਲੈ ਕੇ ਕੁਝ ਨਹੀਂ ਮੰਗਿਆ, ਮੰਗੋ ਤਾਂ ਤੁਸੀਂ ਲਓਗੇ ਭਈ ਤੁਹਾਡਾ ਆਨੰਦ ਪੂਰਾ ਹੋਵੇ। ਅਜੇ ਤੱਕ ਤੁਸੀਂ ਕੁਝ ਨਹੀਂ ਮੰਗਿਆ ਪਰਮੇਸ਼ਰ ਦੇ ਕੋਲੋਂ ਮੇਰੇ ਜੀਜੋ, ਤਾਂ ਪਰਮੇਸ਼ਰ ਕਹਿੰਦੇ ਮੰਗੋ ਤਾਂ ਤੁਸੀਂ ਲਓਗੇ ਭਈ ਤੁਹਾਡਾ ਆਨੰਦ ਪੂਰਾ ਹੋ ਜਾਏ। ਤੁਹਾਡਾ ਕੀ ਹੋ ਜਾਏ? ਆਨੰਦ ਪੂਰਾ ਹੋ ਜਾਏ ਮੇਰੇ ਜੀਜੋ। ਜੇ ਸੱਚਮੁੱਚ ਅਸੀਂ ਆਨੰਦ ਚਾਹੁੰਦੇ ਆ, ਖੁਸ਼ੀ ਚਾਹੁੰਦੇ ਆ, ਪਰਮੇਸ਼ਰ ਕੋਲੋਂ ਮੰਗੋ ਮੇਰੇ ਜੀਜੋ, ਈਮਾਨ ਦੇ ਨਾਲ ਮੰਗੋ, ਵਿਸ਼ਵਾਸ ਦੇ ਨਾਲ ਮੰਗੋ, ਤਾਂ ਤੁਹਾਡਾ ਆਨੰਦ ਜਿਹੜਾ ਆ ਪਰਮੇਸ਼ਰ ਪੂਰਾ ਕਰ ਦੇਣਗੇ। ਤੁਹਾਨੂੰ ਖੁਸ਼ੀ ਮਿਲ ਜਾਏਗੀ ਮੇਰੇ ਜੀਜੋ, ਤੁਹਾਨੂੰ ਇੱਕ ਨਵੀਂ ਜ਼ਿੰਦਗੀ ਮਿਲ ਜਾਏਗੀ ਮੇਰੇ ਜੀਜੋ। ਪਰਮੇਸ਼ਰ ਤਾਂ ਚਾਹੁੰਦੇ ਆ, ਪੁੱਛਦੇ ਆ ਤੁਹਾਨੂੰ ਕਿ ਮੈਂ ਤੁਹਾਡੇ ਲਈ ਕੀ ਕਰਾਂ। ਤਾਂ ਉਸ ਤੋਂ ਬਾਅਦ ਜਦੋਂ ਉਹ ਸਾਨੂੰ ਪੁੱਛਦੇ ਤਾਂ ਮੇਰੇ ਜੀਜੋ, ਉਸ ਤੋਂ ਬਾਅਦ ਅਸੀਂ ਪਰਮੇਸ਼ਰ ਦੇ ਨੂੰ ਪੁੱਛਣਾ, ਅਸੀਂ ਪਰਮੇਸ਼ਰ ਦੇ ਅੱਗੇ ਦੁਆ ਕਰਨੀ, ਅਸੀਂ ਪਰਮੇਸ਼ਰ ਦੇ ਅੱਗੇ ਦੁਹਾਈ ਦੇਣੀ ਕਿ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਕੋਲੋਂ ਜੋ ਕੁਝ ਵੀ ਤੁਸੀਂ ਮੰਗੋ ਕਰੋ। ਕਹਿੰਦੇ ਤੁਸੀਂ ਮੇਰੇ ਨਾਂ 'ਚ ਜੋ ਕੁਝ ਵੀ ਮੰਗੋਗੇ, ਅਜੇ ਤੱਕ ਤੁਸੀਂ ਕੁਝ ਨਹੀਂ ਮੰਗਿਆ, ਪਰ ਜੇ ਤੁਸੀਂ ਮੰਗੋ ਤਾਂ ਮੈਂ ਤੁਹਾਨੂੰ ਉਹ ਆਨੰਦ ਦਿਆਂਗਾ, ਆਨੰਦ ਪੂਰਾ ਕਰਾਂਗਾ ਤੁਹਾਡੇ ਵਿੱਚ। ਹਾਲੇਲੂਇਆ। ਅੱਜ ਮੇਰੇ ਜੀਜੋ ਅਸੀਂ ਸਿੱਖਿਆ ਪਰਮੇਸ਼ਰ ਦੇ ਵਿੱਚੋਂ, ਮੈਂ ਵੀ ਸਿੱਖਿਆ ਮੇਰੇ ਜੀਜੋ, ਕਿ ਅਸੀਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਨੂੰ ਪੁਕਾਰਨਾ ਆ ਤਾਂ ਉਹ ਤੁਹਾਡਾ ਆਨੰਦ ਪੂਰਾ ਕਰਨਗੇ। ਤਾਂ ਮੇਰੇ ਜੀਜੋ ਅਸੀਂ ਪਰਮੇਸ਼ਰ ਪ੍ਰਭੂ ਸਾਨੂੰ ਪੁੱਛਦੇ ਆ ਕਿ ਮੈਂ ਤੁਹਾਡੇ ਲਈ ਕੀ ਕਰਾਂ। ਜਿਸ ਤਰ੍ਹਾਂ ਉਸ ਅੰਨੇ ਨੂੰ ਕਿਹਾ ਪਰਮੇਸ਼ਰ ਯਿਸੂ ਨਾਸਰੀ ਨੇ, ਤਾਂ ਪ੍ਰਭੂ ਯਿਸੂ ਮਸੀਹ ਨਾਸਰੀ ਨੇ ਉਹਨੂੰ ਪੁੱਛਿਆ ਮੈਂ ਤੇਰੇ ਲਈ ਕੀ ਕਰਾਂ, ਤਾਂ ਉਹਨੇ ਕਿਹਾ ਕਿ ਮੈਂ ਸਯਾਖਾ ਹੋ ਜਾ। ਤਾਂ ਪ੍ਰਭੂ ਯਿਸੂ ਨੇ ਕਿਹਾ ਸਯਾਖਾ ਹੋ ਜਾ। ਮੇਰੇ ਜੀਜੋ ਜਦੋਂ ਉਹਨੇ ਕਦੀ ਦੇਖਿਆ ਨੇ, ਜਮਾਂਦਰੂ ਅੰਨਾ ਸੀਗਾ, ਉਹਨੇ ਕਦੀ ਕੁਝ ਦੇਖਿਆ ਹੀ ਨਹੀਂ ਸੀ, ਤਾਂ ਜਦੋਂ ਉਹਦੀਆਂ ਅੱਖਾਂ ਖੁੱਲ ਗਈਆਂ ਤਾਂ ਮੇਰੇ ਜੀਜੋ ਪਰਮੇਸ਼ਰ ਯਿਸੂ ਨਾਸਰੀ ਦੇ ਨਾਂ ਦੇ ਜਦੋਂ ਅੱਖਾਂ ਖੁੱਲ ਗਈਆਂ ਤਾਂ ਉਹ ਕਿੰਨਾ ਖੁਸ਼ ਹੋਇਆ ਹੋਗਾ, ਉਹਨੂੰ ਕਿੰਨਾ ਆਨੰਦ ਮਿਲਿਆ ਹੋਗਾ, ਉਹਨੂੰ ਕਿੰਨੀ ਖੁਸ਼ੀ ਮਿਲੀ ਹੋਏਗੀ। ਉਹ ਜਿਹੜਾ ਚੰਗਾ ਹੋਇਆ ਅੰਨਾ, ਉਹਨੂੰ ਪਤਾ ਹੈ ਸਾਰੀ ਗੱਲ ਦਾ ਮੇਰੇ ਜੀਜੋ। ਉਹ ਇੰਨਾ ਆਨੰਦ ਹੋ ਗਿਆ, ਇੰਨਾ ਖੁਸ਼ ਹੋ ਗਿਆ, ਉਹ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲ ਪਿਆ ਮੇਰੇ ਜੀਜੋ। ਘਰ ਨੂੰ ਨਹੀਂ ਗਿਆ, ਕਿਸੇ ਹੋਰ ਨੂੰ ਨਹੀਂ ਜਾ ਕੇ ਦੱਸਿਆ ਮੇਰੇ ਜੀਜੋ, ਸਿਰਫ ਤੇ ਸਿਰਫ ਉਹ ਯਿਸੂ ਮਸੀਹ ਨਾਸਰੀ ਦੇ ਪਿੱਛੇ ਤੁਰ ਪਿਆ ਮੇਰੇ ਜੀਜੋ। ਅੱਜ ਮੇਰੇ ਜੀਜੋ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਯਿਸੂ ਮਸੀਹ ਸਾਡੀਆਂ ਜ਼ਿੰਦਗੀਆਂ 'ਚ ਕੰਮ ਕਰਦੇ ਆ ਤਾਂ ਮੇਰੇ ਜੀਜੋ, ਜਦੋਂ ਯਿਸੂ ਮਸੀਹ ਤੁਹਾਡੀ ਪੁਕਾਰ ਨੂੰ ਸੁਣਦੇ ਆ, ਤਾਂ ਜਦੋਂ ਤੁਹਾਡੇ ਕੰਮ ਹੋ ਜਾਂਦੇ ਆ ਤਾਂ ਮੇਰੇ ਜੀਜੋ ਉਸ ਤੋਂ ਬਾਅਦ ਜਿਹੜਾ ਆ ਤੁਸੀਂ ਬੈਕ ਸਲਾਈਡ ਨਹੀਂ ਹੋਣਾ, ਬਲਕਿ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਪਿੱਛੇ ਚੱਲਣਾ ਸ਼ੁਰੂ ਕਰ ਦੇਣਾ ਮੇਰੇ ਜੀਜੋ। ਫਿਰ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਖੁਸ਼ ਹੁੰਦੇ ਆ ਮੇਰੇ ਜੀਜੋ। ਹਾਲੇਲੂਇਆ। ਪਰਮੇਸ਼ਰ ਤੁਹਾਨੂੰ ਖੁਸ਼ ਕਰਨਾ ਚਾਹੁੰਦਾ ਤਾਂ ਤੁਸੀਂ ਪਰਮੇਸ਼ਰ ਨੂੰ ਖੁਸ਼ ਕਰੋ ਮੇਰੇ ਜੀਜੋ। ਜੇ ਅਸੀਂ ਇੱਕ ਦੂਜੇ ਨੂੰ, ਪਰਮੇਸ਼ਰ ਨੂੰ ਵੀ ਅਸੀਂ ਖੁਸ਼ ਕਰਾਂਗੇ, ਤੁਸੀਂ ਪਰਮੇਸ਼ਰ ਤੁਹਾਨੂੰ ਖੁਸ਼ ਕਰੇਗਾ, ਤਾਂ ਸਾਡੀਆਂ ਜ਼ਿੰਦਗੀਆਂ ਜਿਹੜੀਆਂ ਯਿਸੂ ਮਸੀਹ ਨਾਸਰੀ ਦੇ ਨਾਮ ਦੇ ਵਿੱਚ ਬਣੀਆਂ ਰਹਿਣਗੀਆਂ। ਤਾਂ ਮੇਰੇ ਜੀਜੋ ਸਭ ਕੁਝ ਪਰਮੇਸ਼ਰ ਪ੍ਰਭੂ ਸਾਡੇ ਲਈ ਕਰਨ ਲਈ ਤਿਆਰ ਹੈ। ਹਾਲੇਲੂਇਆ। ਖੁਦਾਵੰਦ ਪ੍ਰਭੂ ਯਿਸੂ ਮਸੀਹ ਇਹਨਾਂ ਵਚਨਾਂ ਨੂੰ ਤੁਹਾਨੂੰ ਬਹੁਤ ਵੱਡੀ ਬਰਕਤ ਤੇ ਬਹੁਤ ਵੱਡੀ ਆਸ਼ੀਸ਼ ਦੇਵੇ। ਆਮੀਨ, 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 ਆਮੀਨ।